मैं अगे कई बार एक गल सुनांदा रहना। आप भी सो तकरीका गए हो, सो गए हो ना उत्थे केप टाउन एक शहर है, केप टाउन। उस शहर दे च एक मस्जिद है। उस मस्जिद दे दो मेहराब, एक इस साइड ते एक इस साइड ते। ਉਹਦੇ ਬਾਰੇ ਜਿਹੜੀ ਉੱਥੇ ਸਟੋਰੀ ਮਸ਼ਹੂਰ ਹੈ ਉਹ ਇਹ ਹੈ ਕਿ ਬਈ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਇਸ ਮੁਲਕ ਤੇ ਇਹ ਜਿਹੜੇ ਨਾ ਮਲਾਇਨ ਕੌਮ ਜਿਹੜੇ ਮਲੇਸ਼ੀਆ ਦੇ ਲੋਕ ਆ ਉਹਨਾਂ ਨੂੰ ਉੱਥੇ ਗੁਲਾਮ ਬਣਾ ਕੇ ਲੈ ਆਉਂਦੇ ਆ। ਉਹ ਵੀ ਕਾਨੂੰਨੀਆਂ ਅੰਗਰੇਜ਼ਾਂ ਦੀਆਂ ਤੇ ਉਹ ਆਨ ਬੜੇ ਤਕੜੇ ਤੇ ਤਿਰਖੇ ਤੇ ਉਹਨਾਂ ਨੇ ਨਾ ਉਹਨਾਂ ਨੂੰ ਸਾਰਾ ਦਿਨ ਉਹਨਾਂ ਤੋਂ ਕੰਮ ਲੈਣਾ, ਸੜਕਾਂ ਬਣਾਉਣੀਆਂ, ਬਿਲਡਿੰਗਾਂ ਬਣਾਉਣੀਆਂ ਤੇ ਸ਼ਾਮ ਨੂੰ ਉਹਨਾਂ ਦੀਆਂ ਜ਼ੰਜੀਰਾਂ ਖੋਲ ਦੇਣੀਆਂ। ਤੇ ਉਹ ਜਿਹੜੇ ਮੁਸਲਮਾਨ ਹਨ ਉਹਨਾਂ ਭੱਜ ਕੇ ਪਹਾੜੀ ਤੇ ਚੜ੍ਹ ਬੈਣਾ ਔਰ ਸਾਰਾ ਦਿਨ ਦੀਆਂ 5 ਨਮਾਜ਼ਾਂ ਜਿਹੜੀਆਂ ਉਹ ਕਜ਼ਾ ਪੜ੍ਹਨੀਆਂ ਜਮਾਤ ਨਾਲ, ਵੱਧ ਥੱਲੇ ਉਤਰਨਾ, ਵੱਧ ਰੋਟੀ ਖਾਣੀ, ਵੱਧ ਆਰਾਮ ਕਰਨਾ, ਵੱਧ ਅਗਲੇ ਦਿਹਾੜੇ ਦੀ ਮੁਸ਼ੱਕਤ ਵਾਸਤੇ ਤਿਆਰ ਹੋ ਬੈਠਣਾ। ਇਹ ਉਹਨਾਂ ਦੀ ਜ਼ਿੰਦਗੀ ਦੀ ਰੂਟੀਨ ਹੈ। ਤੇ ਉੱਥੇ ਅੰਗਰੇਜ਼ਾਂ ਦੇ ਉੱਤੇ ਬਲੰਦੇਜ਼ੀ ਹਾਲੈਂਡ ਵਾਲੇ ਜਿਹੜੇ ਇਹਨਾਂ ਹਮਲਾ ਕਰ ਦਿੱਤਾ ਵੀ ਇਹ ਹੁਣ ਅਸਾਂ ਮੁਲਕ ਸਾਡਾ ਹੋਣਾ। ਆਪਸ ਵਿੱਚ ਉਹਨਾਂ ਦੀ ਲੜਾਈ ਹੋ ਗਈ ਤੇ ਅੰਗਰੇਜ਼ਾਂ ਉਹਨਾਂ ਮਲਾਸ਼ੀ ਵਾਲੇ ਮੁਸਲਮਾਨਾਂ ਨੇ ਆਖਿਆ ਸਾਡੀ ਮਦਦ ਕਰੋ, ਲੜਾਈ ਚਾਹੋ, ਸ਼ਾਮਲ ਹੋਵੋ। ਉਹਨਾਂ ਆਖਿਆ ਬਈ ਸਾਨੂੰ ਕੀ ਫਰਕ ਪੈਂਦਾ, ਅੱਜ ਤੁਹਾਡੇ ਗੁਲਾਮ ਆ, ਉਹ ਆ ਗਏ ਤੇ ਉਹਨਾਂ ਦੇ ਗੁਲਾਮ ਹੋ ਵਸਾ ਸਨ ਕੀ ਅਸੀਂ ਤੁਹਾਡੀਆਂ ਜੰਗਾਂ ਅਸੀਂ ਲੜੀਏ, ਆਪਣੀਆਂ ਆਪ ਲੜੋ। ਉਹਨਾਂ ਆਖਿਆ ਕੋਈ ਸ਼ਰਤ ਰੱਖ ਲਓ, ਕੋਈ ਗੱਲ ਮੰਨਵਾ ਲਓ, ਕੋਈ ਅਜਿਹੀ ਗੱਲ ਕਰ ਲਓ ਜਿਹੜੀ ਤੁਹਾਨੂੰ ਜ਼ਰੂਰਤ ਹੋਵੇ ਤੇ ਅਸੀਂ ਤੁਹਾਡੀ ਪੂਰੀ ਕਰੀਏ, ਤੁਸੀਂ ਸਾਡੀ ਮਦਦ ਕਰੋ। ਉਹਨਾਂ ਆਖਿਆ ਠੀਕ ਹੈ। ਫਿਰ ਇਹ ਹੈ ਕਿ ਅਸੀਂ ਤੁਹਾਡੀ ਜੰਗ ਲੜਦੇ ਹਾਂ, ਲੇਕਿਨ ਜਿਸ ਵੇਲੇ ਤੁਸੀਂ ਕਾਮਯਾਬ ਹੋ ਜਾਓ ਤੇ ਉਸ ਵਕਤ ਫਿਰ ਸਾਡੀ ਇੱਕ ਗੱਲ ਮੰਨਣੀ ਨਹੀਂ। ਉਹਨਾਂ ਆਖਿਆ ਦਰੁਸਤ। ਜੰਗ ਹੋਈ, ਉਹਦੇ 'ਚ ਅੰਗਰੇਜ਼ਾਂ ਨੂੰ ਫਿਰ ਫਤਹ ਹੋ ਗਈ, ਮੁਸਲਮਾਨਾਂ ਲੜਾਈ ਕੀਤੀ ਜੀ ਜਾਨ ਨਾਲ। ਜਿਸ ਵੇਲੇ ਉਹ ਕਾਮਯਾਬੀ ਹੋਈ ਨਾ ਤਾਂ ਉਹਨਾਂ ਆਖਿਆ ਮੰਗੋ, ਕੀ ਮੰਗਦੇ ਹੋ? ਤਾਂ ਉਹਨਾਂ ਆਖਿਆ ਜੀ ਬਈ ਗੱਲ ਇਹ ਹੈ ਅਸੀਂ ਸਾਰਾ ਦਿਨ ਕਰਦੇ ਹਾਂ ਗੁਲਾਮੀ ਦੀ ਮੁਸ਼ੱਕਤ ਤੇ ਰਾਤ ਨੂੰ ਚੜ੍ਹ ਕੇ ਬਹਿੰਦੇ ਹਾਂ ਪਹਾੜੀ ਤੇ 5 ਵਕਤ ਦੀ ਪੜ੍ਹਦੇ ਹਾਂ ਨਮਾਜ਼। ਸਾਡੇ ਕੋਲ ਮਸਜਿਦ ਦੀ ਜਾ ਕੋਈ ਨਹੀਂ ਸਨ, ਤੁਸੀਂ ਮਸਜਿਦ ਦੀ ਜਾ ਦਿਓ ਤਾਂ ਕਿ ਅਸੀਂ ਉੱਥੇ ਅੱਲਾ ਦੀ ਬਾਰਗਾਹ 'ਚ ਸਜਦਾ ਕਰੀਏ। ਹੁਣ ਬੰਦਾ ਇਹ ਆਖੇ ਗੁਲਾਮ ਹੋ ਤੁਸੀਂ ਰੋਟੀ ਮੰਗੋ, ਤੁਸੀਂ ਆਜ਼ਾਦੀ ਮੰਗੋ, ਤੁਸੀਂ ਭੁੱਖ ਦਾ ਮਦਾਵਾ ਮੰਗੋ। ਉਹਨੇ ਇਹ ਕੰਮ ਨਹੀਂ ਕੀਤਾ। ਉਹਨੇ ਇਹ ਕੀਤਾ, ਉਹਨਾਂ ਆਖਿਆ ਅਸਾਂ ਤੁਹਾਡੀ ਜੰਗ ਲੜੀ, ਤੁਸੀਂ ਕਾਮਯਾਬ ਹੋ ਗਏ, ਹੁਣ ਸਾਡੀ ਸ਼ਰਤ ਇਹ ਹੈ ਕਿ ਸਾਨੂੰ ਮਸਜਿਦ ਦਾ ਇੱਕ ਟੁਕੜਾ ਦਿਓ ਜਿੱਥੇ ਅਸੀਂ ਆਪਣੀ ਰੱਬ ਦੀ ਬਾਰਗਾਹ 'ਚ ਆਪਣੀ ਬੰਦਗੀ ਦਾ ਇਜ਼ਹਾਰ ਕਰ ਲਈਏ। ਇਹ ਉਹਨਾਂ ਦੀ ਗੱਲ ਮੰਨ ਲਈ। ਉਹਨਾਂ ਨੇ ਜਗ੍ਹਾ ਦੇ ਦਿੱਤੀ, ਉੱਥੇ ਉਹਨਾਂ ਮਸਜਿਦ ਬਣਾ ਲਈ ਔਰ ਇੱਕ ਕਿਬਲਾ, ਉੱਥੇ ਆਪਣੀਆਂ ਨਮਾਜ਼ਾਂ ਪੜ੍ਹਨ। ਉਸ ਵਕਤ ਇਤਨਾ ਔਰ ਆਲਾਤ ਜਿਹੜੇ ਜਦੀਦ ਕੋਈ ਨਾ ਤੇ ਪਤਾ ਨਾ ਲੱਗਦਾ, ਟੇਵੇ ਨਾਲ ਹੀ ਕਾਬਾ ਟੁੱਟੀ ਦਾ। ਅੱਛਾ ਇੰਜ ਉਹਦਾ ਪਿਆ ਸੂਰਜ ਤੇ ਇੰਜ ਸੀ ਤੇ ਉਂਝ ਸੀ। ਉਹਨਾਂ ਉਹ ਟੇਵੇ ਨਾਲ ਕਾਬਾ ਡੂਡ ਕੇ ਉਹਦੇ ਹੱਲ ਮੇਰਾਬ ਬਣਾ ਲਿਆ, ਨਮਾਜ਼ ਪੜ੍ਹਨਾ। ਜਿਸ ਵੇਲੇ ਇਲਮ ਨੇ ਤਰੱਕੀ ਕੀਤੀ, ਇਲਮਨ ਉਰੂਜ ਮਿਲਿਆ, ਉਸ ਵੇਲੇ ਪਤਾ ਲੱਗਾ ਬਈ ਇਹ ਜਿਹੜੀ ਸਿਮਤ ਹੈ ਇਹ ਗਲਤ ਹੈ, ਅਸਲ ਵਿੱਚ ਕਾਬੇ ਦੀ ਸਿਮਤ ਹੈ। ਉਸ ਵਕਤ ਉਹਨਾਂ ਉਸਨੂੰ ਸਿਮਤ ਨੂੰ ਦਰੁਸਤ ਕਰ ਦਿੱਤਾ, ਲੇਕਿਨ ਉਹ ਪੁਰਾਣੀ ਸਿਮਤ ਵਾਲਾ ਮਿਹਰਾਬ ਮੌਜੂਦ ਹੈ ਇਸ ਵਾਸਤੇ ਕਿ ਬੰਦਿਆਂ ਨੂੰ ਪਤਾ ਲੱਗੇ ਕੀਮਤ ਮਿਹਰਾਬਾਂ ਦੀ ਨਹੀਂ ਹੈ, ਕੀਮਤ ਤੇਰੇ ਦਿਲ ਦੇ ਇਸ਼ਕ ਦੀ ਹੈ, ਤੇਰੀ ਮੁਹੱਬਤ ਦੀ ਹੈ, ਅੱਲਾ ਦੀ ਬਾਰਗਾਹ ਝੁਕਣੇ ਦੀ ਹੈ। ਤੇ ਉਸ ਵਕਤ ਜਿਹੜੀਆਂ ਕੌਮਾਂ, ਇਹ ਸਬਕ ਹੈ ਸਾਡੇ ਵਾਸਤੇ ਕਿ ਮਸਜਿਦ ਕੋਈ ਛੋਟਾ ਮਰਕਜ਼ ਨਹੀਂ ਹੈ। ਮਸਜਿਦ ਸਾਡੇ ਵਾਸਤੇ ਇੱਕ ਖੈਰ ਦੀ ਜਗ੍ਹਾ ਹੈ, ਸਾਡੀ ਬੰਦਗੀ ਦੀ ਜਗ੍ਹਾ ਹੈ, ਸਾਡੇ ਵਾਸਤੇ ਇੱਜ਼ਤ ਦੀ ਜਗ੍ਹਾ ਹੈ ਔਰ ਸਾਨੂੰ ਇਸ ਨੂੰ ਹਮੇਸ਼ਾ ਆਬਾਦ ਰੱਖਣਾ ਚਾਹੀਦਾ। ਔਰ ਜਿਤਨੇ ਲੋਕ ਅੱਲਾ ਦੇ ਘਰਾਂ ਨੂੰ ਆਬਾਦ ਕਰਦੇ ਨੇ, ਅੱਲਾ ਉਹਨਾਂ ਦੇ ਘਰ ਵੀਰਾਨ ਤਾਂ ਨਹੀਂ ਰਹਿਣ ਦਿੰਦਾ। ਇਸ ਵਾਸਤੇ ਮੈਂ ਮੁਬਾਰਕ ਦਿਨ ਉਹਨਾਂ ਨੂੰ ਜਿਹਨੇ ਜ਼ਮੀਨ ਦਿੱਤੀ, ਮੁਬਾਰਕ ਦਿਨ ਉਹਨਾਂ ਜਿਨ੍ਹਾਂ ਇਹ ਇਰਾਦਾ ਕੀਤਾ, ਮੁਬਾਰਕ ਦਿਨ ਉਹਨਾਂ ਜਿਨ੍ਹਾਂ ਦੀ ਤਾਮੀਰ ਦੇ ਉੱਤੇ ਆਪਣੀ ਕੁਰਬਾਨੀ ਪੇਸ਼ ਕੀਤੀ। ਅੱਲਾ ਉਹਨਾਂ ਸਾਰਿਆਂ ਦੇ ਵਾਸਤੇ ਖੈਰ ਬਰਕਤ ਦਾ ਬਾਇਸ करे। सारे दुआ करो
اللہ پاک ਤੁਹਾਨੂੰ ਇਸ ਘਰ ਨੂੰ ਆਬਾਦ ਕਰਨ ਦੀ ਤੌਫੀਕ ਅਤਾ ਫਰਮਾਏ। آمین یا رب۔ اللہ تعالیٰ ਤੁਹਾਨੂੰ ਖੁਸ਼ ਰੱਖੇ।